ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਅਸੀਂ ਮੇਰਾ ਦੇਸ਼ ਕਵਿਤਾ ਦੀ ਪੜ੍ਹਾਈ ਕਰਾਂਗੇ ਅਤੇ ਔਖੇ ਸ਼ਬਦ ਵੀ ਅੰਡਰਲਾਈਨ ਕਰਾਂਗੇ। ਟੇਕ ਆਊਟ ਯੂਰ ਪੰਜਾਬੀ ਬੁੱਕ, ਪੇਜ ਨੰਬਰ 5। ਪਹਿਲਾਂ ਤੁਸੀਂ ਮੇਰਾ ਦੇਸ਼ ਬਾਰੇ ਸੁਣੋ। ਮੇਰਾ ਦੇਸ਼ ਵਿੱਚ ਕੀ ਦੱਸਿਆ ਗਿਆ ਕਿ ਮੇਰਾ ਦੇਸ਼ ਬਹੁਤ ਮਹਾਨ ਹੈ। ਇਸ ਨੂੰ ਕੋਈ ਹਿੰਦੁਸਤਾਨ ਆਖਦਾ ਹੈ, ਕੋਈ ਭਾਰਤ ਆਖਦਾ ਹੈ। ਇੱਥੋਂ ਦੇ ਲੋਕ ਹੈ ਜਿਹੜੇ ਉਹ ਮਿਲ ਜੁਲ ਕੇ ਰਹਿੰਦੇ ਹਨ। ਇੱਥੋਂ ਦੀ ਭੂਮੀ ਜਿਹੜੀ ਹੈ ਬੜੀ ਉਪਜਾਊ ਹੈ। ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਦੇ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਇਸ ਲਈ ਸਾਨੂੰ ਤਨ ਮਨ ਨਾਲ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਕਵਿਤਾ ਵਿੱਚ ਇਹ ਦੱਸਿਆ ਗਿਆ। ਬੇਟਾ ਹੁਣ ਅਸੀਂ ਪੜ੍ਹਾਈ ਕਰਾਂਗੇ। ਤੁਸੀਂ ਔਖੇ ਸ਼ਬਦ ਨਾਲ ਨਾਲ ਅੰਡਰਲਾਈਨ ਕਰੋਗੇ। ਬੇਟਾ ਸੁਣੋ। ਇਸ ਕਵਿਤਾ ਵਿੱਚ ਭਾਰਤ ਦੇਸ਼ ਦੀ ਮਹਾਨਤਾ, ਇੱਥੇ ਪਾਈ ਜਾਂਦੀ ਅਨੇਕਤਾ ਵਿੱਚ ਏਕਤਾ ਦਾ ਵਰਣਨ ਕਰਕੇ ਇਸ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਠੀਕ ਹੈ। ਦੇਸ਼ ਆਪਣੇ ਦੀ ਕੀ ਸਿਫਤ ਕਰਾਂ। ਸਿਫਤ ਅੰਡਰਲਾਈਨ ਕਰੋ ਬੇਟਾ। ਸਿਫਤ ਮੀਨ ਪ੍ਰਸ਼ੰਸਾ। ਪ੍ਰਸ਼ੰਸਾ ਨਾਲ ਨਾਲ ਤੁਸੀਂ ਅਰਥ ਵੀ ਸਮਝੋਗੇ ਬੇਟਾ। ਪ੍ਰਸ਼ੰਸਾ ਠੀਕ ਹੈ। ਕੋਈ ਇਸ ਨੂੰ ਭਾਰਤ ਆਖੇ, ਕੋਈ ਹੈ ਆਖਦਾ ਹਿੰਦੁਸਤਾਨ। ਕੋਈ ਇਸ ਨੂੰ ਭਾਰਤ ਆਖਦਾ ਹੈ ਤੇ ਕੋਈ ਇਸ ਨੂੰ ਹਿੰਦੁਸਤਾਨ ਵੀ ਕਹਿੰਦਾ ਹੈ। ਉੱਤਰ ਦੇ ਵਿੱਚ ਖੜਾ ਹਿਮਾਲਾ, ਇਸ ਦੇ ਸਿਰ ਦਾ ਤਾਜ, ਇਸ ਦਾ ਜਿਹੜਾ ਮੁਕਟ ਹੈ ਉੱਤਰ ਵਿੱਚ ਖੜਾ ਹੈ। ਕੌਣ? ਹਿਮਾਲਾ ਪਰਬਤ। ਉਪਜਾਊ ਭੂਮੀ ਹੈ ਇਸ ਦੀ ਖੁਸ਼ਹਾਲੀ ਦਾ ਰਾਜ। ਇਸ ਦੀ ਖੁਸ਼ਹਾਲੀ ਦਾ ਰਾਜ ਕੀ ਹੈ? ਇਸ ਦੀ ਜਿਹੜੀ ਭੂਮੀ ਹੈ ਬੜੀ ਉਪਜਾਊ ਹੈ ਤੇ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ ਤੇ ਬਾਹਰ ਭੇਜੀਆਂ ਜਾਂਦੀਆਂ ਹਨ। ਕਿਧਰੇ ਪਰਬਤ ਉੱਚੇ ਉੱਚੇ, ਕਿਧਰੇ ਪੱਧਰੇ ਮੈਦਾਨ। ਕਿਧਰੇ ਤਾਂ ਉੱਚੇ ਉੱਚੇ ਪਰਬਤ ਹਨ ਅਤੇ ਕਿਧਰੇ ਸਿੱਧੇ ਮੈਦਾਨ ਹਨ। ਅੰਡਰਲਾਈਨ ਕਰੋ ਪੱਧਰੇ ਤੇ ਮੈਦਾਨ। ਪੱਧਰੇ ਮੀਨ ਸਿੱਧੇ, ਮੈਦਾਨ ਵੀ ਅੰਡਰਲਾਈਨ ਕਰੋਗੇ ਬੇਟਾ। ਕਿਧਰੇ ਨਦੀਆਂ ਝੀਲਾਂ ਨਾਲੇ, ਕਿਧਰੇ ਹੈ ਰੇਗਿਸਤਾਨ। ਕਿਧਰੇ ਕੀ ਹੈ? ਨਦੀਆਂ, ਝੀਲਾਂ, ਨਾਲੇ, ਕਿਧਰੇ ਰੇਗਿਸਤਾਨ ਹੈ। ਇਸ ਕਰਕੇ ਧਰਾਤਲੀ ਰੂਪ ਵੀ ਕਿਹਾ ਜਾਂਦਾ ਹੈ ਨਾ ਇਸ ਨੂੰ। ਇਹ ਧਰਾਤਲੀ ਰੂਪ ਜਿੱਦਾਂ ਨਦੀਆਂ, ਨਾਲੇ, ਰੇਗਿਸਤਾਨ। ਰੇਗਿਸਤਾਨ ਵਿੱਚ ਵਰਖਾ ਨਹੀਂ ਹੁੰਦੀ, ਉੱਥੇ ਬਹੁਤ ਘੱਟ ਵਰਖਾ ਹੁੰਦੀ ਹੈ। ਹਰ ਥਾਂ ਦਾ ਜਲਵਾਯੂ ਵੱਖਰਾ। ਹਰ ਜਗ੍ਹਾ ਦਾ ਜਲਵਾਯੂ ਵੀ ਵੱਖਰਾ ਵੱਖਰਾ ਹੈ। ਕਿਤੇ ਗਰਮੀ ਹੈ, ਕਿਤੇ ਸਰਦੀ ਹੈ। ਵੱਖਰੀਆਂ ਨੇ ਸੁਗਾਤਾਂ। ਸੁਗਾਤਾਂ ਅੰਡਰਲਾਈਨ ਕਰੋ। ਸੁਗਾਤਾਂ ਮੀਨ ਤੋਹਫੇ। ਮਿਲ ਜੁਲ ਕੇ ਰਹਿੰਦੇ ਹਨ ਸਭ ਵਾਸੀ। ਸਾਰੇ ਲੋਕ ਮਿਲ ਜੁਲ ਕੇ, ਵਾਸੀ ਮੀਨ ਰਹਿਣ ਵਾਲੇ ਜੋ ਲੋਕ ਹੈ। ਅੰਡਰਲਾਈਨ ਵਾਸੀ। ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਭਾਵੇਂ ਵੱਖ ਵੱਖ ਧਰਮਾਂ ਤੇ ਜਾਤਾਂ। ਭਾਵੇਂ ਕਿਸੇ ਵੀ ਧਰਮ ਦੇ, ਕਿਸੇ ਵੀ ਜਾਤ ਦੇ ਹਨ, ਫਿਰ ਵੀ ਮਿਲ ਜੁਲ ਕੇ ਰਹਿੰਦੇ ਹਨ। ਅੰਗਰੇਜ਼ਾਂ ਇਸ ਨੂੰ ਗੁਲਾਮ ਬਣਾ ਕੇ, ਅੰਗਰੇਜ਼ਾਂ ਨੇ ਕੀ? ਇਸ ਨੂੰ ਗੁਲਾਮ ਬਣਾ ਕੇ ਬਰਬਾਦ ਕਰਨਾ ਚਾਹਿਆ, ਨਸ਼ਟ ਕਰਨਾ ਚਾਹਿਆ। ਅੰਡਰਲਾਈਨ ਬਰਬਾਦ। ਦੇਸ਼ ਭਗਤਾਂ ਕੁਰਬਾਨੀਆਂ ਦੇ ਕੇ, ਕੁਰਬਾਨੀਆਂ ਅੰਡਰਲਾਈਨ ਕਰੋ ਮੀਨ ਆਪਣੀਆਂ ਜਾਨਾਂ ਦੇ ਕੇ। ਕੁਰਬਾਨੀਆਂ ਦੇ ਕੇ ਕਰਵਾਇਆ ਇਸ ਨੂੰ ਆਜ਼ਾਦ। ਪੇਜ ਨੰਬਰ 6 ਹੈ ਬੇਟਾ। ਹੁਣ ਆਓ ਸਾਰੇ ਭਾਰਤ ਵਾਸੀਓ ਰਲ ਮਿਲ ਇੱਥੇ ਰਹੀਏ। ਸਾਰੇ ਭਾਰਤ ਵਾਸੀ ਮਿਲ ਜੁਲ ਕੇ ਰਹਿੰਦੇ ਹਨ ਅਤੇ ਆਪਣੇ ਦੇਸ਼ ਦੀ ਤਨੋ ਮਨੋ ਸੇਵਾ ਕਰਦੇ ਹਨ। ਸਾਨੂੰ ਆਪਣੇ ਦੇਸ਼ ਦੀ ਤਨ ਮਨ ਨਾਲ ਸੇਵਾ ਕਰਨੀ ਚਾਹੀਦੀ ਹੈ। ਹੁਣ ਬੇਟਾ ਤੁਹਾਨੂੰ ਇਸ ਕਵਿਤਾ ਬਾਰੇ ਪਤਾ ਚੱਲ ਗਿਆ ਹੋਵੇਗਾ। ਹੁਣ ਤੁਹਾਨੂੰ ਬੈਕ ਐਕਸਰਸਾਈਜ਼ ਮੀਨ ਅਭਿਆਸ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਏਗੀ, ਕਿਉਂਕਿ ਕਵਿਤਾ ਤੁਸੀਂ ਬਹੁਤ ਧਿਆਨ ਨਾਲ ਸੁਣੀ। ਹੁਣ ਤੁਸੀਂ ਸਿਫਤ ਸ਼ਬਦਾਂ ਦੇ ਅਰਥ ਦੱਸੋਗੇ। ਪ੍ਰਸ਼ੰਸਾ। ਤਾਜ, ਤਾਜ ਦਾ ਮੀਨਿੰਗ ਕੀ ਹੈ ਬੇਟਾ? ਤਾਜ, ਮੁਕਟ। ਮੁਕਟ ਇਹ ਸਿਫਤ ਹੈ। ਸੇਵ, ਪ੍ਰਸ਼ੰਸਾ। ਤੁਸੀਂ ਨਾਲ ਨਾਲ ਇਹਨੂੰ ਆਪਣੀ ਰਫ ਕਾਪੀ 'ਚ ਲਿਖੋਗੇ ਬੇਟਾ। ਉਪਜਾਊ, ਉਤਪਾਦਕ। ਜਿੱਥੋਂ ਦੀ ਭੂਮੀ ਉਪਜਾਊ ਹੈ, ਜਿੱਥੋਂ ਦੀ ਮਿੱਟੀ ਬਹੁਤ ਚੰਗੀ ਹੈ, ਫਸਲਾਂ ਉਗਾਈਆਂ ਜਾ ਸਕਦੀਆਂ। ਉਪਜਾਊ, ਉਤਪਾਦਕ। ਓਕੇ। ਉਤਪਾਦਕ। ਖੁਸ਼ਹਾਲੀ, ਬਰਕਤ। ਖੁਸ਼ਹਾਲੀ, ਬਰਕਤ। ਬਰਕਤ ਬੇਟਾ ਸੁੰਦਰ ਸੁੰਦਰ ਰਾਈਟਿੰਗ 'ਚ ਲਿਖੋਗੇ। ਪੱਧਰੇ, ਪੱਧਰੇ ਮੀਨ ਸਿੱਧੇ। ਪੱਧਰੇ
ਸਿੱਧੇ ओके जलवायु वातावरण जलवायु वातावरण सुगाता तोहफे सुगाता तोहफे गुलाम दास गुलाम दा की लिखोगे बेटा हुन दास गुलाम दास बर्बाद नष्ट बर्बाद नष्ट ਹੁਣ ਇੱਕ ਵਾਰੀ बेटा फिर सुनोगे तुसी देखो बेटा गुलाम दास बर्बाद नष्ट उपजाऊ उत्पादक खुशहाली बरकत पद्धरे सिद्धे जलवायु वातावरण सुगाता तोहफे ਹੁਣ ਆਪਾਂ बेटा इस दे प्रश्न उत्तर डिस्कस करांगे ठीक है बेटा ਹੁਣ ਇਹਦੇ प्रश्न उत्तर देखो ਭਾਰਤ ਕਿਹੋ ਜਿਹਾ ਦੇਸ਼ ਹੈ ਪਹਿਲੇ ਮੌਖਿਕ ਕੁਐਸਚਨ ਦੇਖੋਗੇ ਬੇਟਾ ਭਾਰਤ ਇੱਕ ਕਿਹੋ ਜਿਹਾ ਦੇਸ਼ ਹੈ ਇੱਕ ਮਹਾਨ ਦੇਸ਼ ਹੈ ਭਾਰਤ ਵਿੱਚ ਕਿਹੜੇ ਕਿਹੜੇ ਧਰਮਾਂ ਦੇ ਲੋਕ ਰਹਿੰਦੇ ਹਨ ਕਿਹੜੇ ਕਿਹੜੇ ਧਰਮਾਂ ਦੇ ਆਪਾਂ ਕਿਤਾਬ ਬੁੱਕ 'ਚ ਪੜ੍ਹਿਆ ਬੇਟਾ ਹਰ ਧਰਮ ਦੇ ਲੋਕ ਰਹਿੰਦੇ ਹਨ ਭਾਰਤ ਧਰਮ ਨਿਰਪੱਖ ਦੇਸ਼ ਹੈ ਧਰਮ ਨਿਰਪੱਖ ਤੋਂ ਕੀ ਭਾਵ ਹੈ ਕਿਉਂ ਧਰਮ ਨਿਰਪੱਖ ਦੇਸ਼ ਕਿਹਾ ਗਿਆ ਬੇਟਾ ਇਸ ਨੂੰ ਕਿਉਂਕਿ ਇੱਥੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਭਾਰਤ ਵਿੱਚ ਕਿਹੜੀਆਂ ਕਿਹੜੀਆਂ ਰੁੱਤਾਂ ਆਉਂਦੀਆਂ ਹਨ ਕਿਹੜੀ ਰੁੱਤਾਂ ਆਉਂਦੀਆਂ ਬੇਟਾ ਗਰਮੀ ਸਰਦੀ ਬਸੰਤ ਰੁੱਤ ਪਤਝੜ ਭਾਰਤ ਕਦੋਂ ਆਜ਼ਾਦ ਹੋਇਆ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਬੇਟਾ ਠੀਕ ਹੈ ਹੁਣ ਤੁਸੀਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖਣੇ ਆ ਬੇਟਾ ਲਿਖਤੀ ਜਿਹੜੇ ਤੁਸੀਂ ਲਿਖਣੇ ਆ ਕਾਪੀ ਵਿੱਚ ਸਾਡੇ ਦੇਸ਼ ਦਾ ਕੀ ਨਾਂ ਹੈ ਸਾਡੇ ਦੇਸ਼ ਦਾ ਭਾਰਤ ਇਸ ਦੀ ਖੁਸ਼ਹਾਲੀ ਦਾ ਰਾਜ ਕੀ ਹੈ ਭਾਰਤ ਵਾਸੀਆਂ ਦੀ ਏਕਤਾ ਇਸ ਦੀ ਖੁਸ਼ਹਾਲੀ ਦਾ ਰਾਜ ਹੈ ਜਾਂ ਇਸ ਦੀ ਜਿਹੜੀ ਉਪਜਾਊ ਭੂਮੀ ਹੈ ਉਹ ਇਸ ਦੀ ਖੁਸ਼ਹਾਲੀ ਦਾ ਰਾਜ ਹੈ ਭਾਰਤ ਵਿੱਚ ਕਿਹੜੇ ਕਿਹੜੇ ਧਰਾਤਲੀ ਰੂਪ ਪਾਏ ਜਾਂਦੇ ਆਪਾਂ ਪੜ੍ਹਿਆ ਨਾ ਬੇਟਾ ਬੁੱਕ 'ਚ ਕਵਿਤਾ ਵਿੱਚ ਪੜ੍ਹਿਆ ਨਦੀਆਂ ਨਾਲੇ ਪਰਬਤ ਰੇਗਿਸਤਾਨ ਵਰਗੇ ਧਰਾਤਲੀ ਰੂਪ ਪਾਏ ਜਾਂਦੇ ਹਨ ਭਾਰਤ ਦੇ ਵੱਖ-ਵੱਖ ਖੇਤਰਾਂ ਦਾ ਜਲਵਾਯੂ ਕਿਹੋ ਜਿਹਾ ਹੈ ਭਾਰਤ ਦੇ ਵੱਖ-ਵੱਖ ਖੇਤਰਾਂ ਦਾ ਜਲਵਾਯੂ ਕਿਤੇ ਗਰਮੀ ਹੈ ਕਿਤੇ ਸਰਦੀ ਹੈ ਵੱਖਰਾ ਹੈ ਭਾਰਤ ਵਾਸੀ ਕਿਵੇਂ ਰਹਿੰਦੇ ਹਨ ਬੇਟਾ ਭਾਰਤ ਵਾਸੀ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਕੀ ਕੀਤਾ ਸੀ ਬੇਟਾ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਠੀਕ ਹੈ ਆਪਣੀਆਂ ਜਾਨਾਂ ਦੇ ਕੇ ਆਪਣੇ ਦੇਸ਼ ਨੂੰ ਬਚਾਇਆ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਬਚਾਇਆ ਆਪਣੀਆਂ ਜਾਨਾਂ ਦੇ ਕੇ ਆਪਣੇ ਦੇਸ਼ ਨੂੰ ਬਚਾਇਆ ਭਾਰਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਬੇਟਾ ਭਾਰਤ ਨੂੰ ਹਿੰਦੁਸਤਾਨ ਨਾਲ ਜਾਣਿਆ ਜਾਂਦਾ ਹੈ ਠੀਕ ਹੈ ਭਾਰਤ ਦੀ ਉੱਤਰ ਦਿਸ਼ਾ ਵਿੱਚ ਕਿਹੜਾ ਪਰਬਤ ਸਥਿਤ ਹੈ ਉੱਤਰ ਵਿੱਚ ਕਿਹੜਾ ਬੇਟਾ ਹਿਮਾਲਾ ਪਰਬਤ ਠੀਕ ਹੈ ਭਾਰਤ ਦੀ ਭੂਮੀ ਕਿਹੋ ਜਿਹੀ ਹੈ ਬੰਜਰ ਹੈ ਬੇਕਾਰ ਹੈ ਜਾਂ ਉਪਜਾਊ ਹੈ ਆਪਾਂ ਪੜ੍ਹਿਆ ਉਪਜਾਊ ਹੈ ਭਾਰਤ ਨੂੰ ਕਿਸਨੇ ਗੁਲਾਮ ਬਣਾ ਕੇ ਰੱਖਿਆ ਸੀ ਫਰਾਂਸੀਸੀਆਂ ਨੇ ਭਾਰਤ ਵਾਸੀਆਂ ਨੇ ਕਿ ਅੰਗਰੇਜ਼ਾਂ ਨੇ ਗੁਲਾਮ ਬਣਾ ਕੇ ਰੱਖਿਆ ਸੀ ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਬੇਟਾ ਹੁਣ ਤੁਸੀਂ ਇਹ ਵਾਲੇ ਜਿਹੜੇ ਪ੍ਰਸ਼ਨ ਉੱਤਰ ਹੈ ਬੇਟਾ ਕਾਪੀ ਵਿੱਚ ਲਿਖਤੀ ਵਾਲੇ ਸਿਰਫ ਕਰੋਗੇ ਜਿਹੜੇ ਮੌਖਿਕ ਕੁਐਸਚਨ ਹੈ ਉਹ ਸਿਰਫ ਆਪਣੀ ਬੁੱਕ ਤੇ ਹੀ ਕਰੋਗੇ ਠੀਕ ਹੈ ਬਾਕੀ ਬੈਕ ਐਕਸਰਸਾਈਜ਼ ਬੁੱਕ ਤੇ ਕਰੋਗੇ ਸ਼ਬਦ ਅਰਥ ਤੇ ਪ੍ਰਸ਼ਨ ਉੱਤਰ ਕਾਪੀ ਵਿੱਚ ਕਰੋਗੇ ਇਨ ਫੇਅਰ ਨੋਟਬੁੱਕ ਠੀਕ ਹੈ ਹੁਣ ਤੁਸੀਂ ਵਾਕ ਵੀ ਆਪਣੇ ਬਣਾ ਸਕਦੇ ਹੋ ਉਪਜਾਊ ਦਾ ਬਣਾਓਗੇ ਖੁਸ਼ਹਾਲ ਰੇਗਿਸਤਾਨ ਸੇਵਾ ਦਾ ਬਹੁਤ ਹੀ ਸਾਨੂੰ ਆਪਣੇ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਠੀਕ ਹੈ ਖੁਸ਼ਹਾਲ ਸਾਡਾ ਦੇਸ਼ ਬਹੁਤ ਖੁਸ਼ਹਾਲ ਹੈ ਸਾਡਾ ਭਾਰਤ ਖੁਸ਼ਹਾਲ ਹੈ ਖੁਸ਼ਹਾਲ ਦੇਸ਼ ਹੈ ਉਪਜਾਊ ਸਾਡੇ ਦੇਸ਼ ਦੀ ਜਿਹੜੀ ਭੂਮੀ ਹੈ ਉਹ ਬਹੁਤ ਉਪਜਾਊ ਹੈ
ਠੀਕ ਹੈ ਬੇਟਾ, ਹੁਣ ਤੁਸੀਂ ਇਸ ਕਵਿਤਾ ਨੂੰ ਬਹੁਤ ਧਿਆਨ ਨਾਲ ਪੜ੍ਹੋਗੇ, ਰੀਡਿੰਗ ਕਰੋਗੇ ਅਤੇ ਯਾਦ ਵੀ ਕਰੋਗੇ ਤੇ ਪ੍ਰਸ਼ਨ ਉੱਤਰ ਤੇ ਸ਼ਬਦ ਅਰਥ ਫੇਅਰ ਕਾਪੀ ਵਿੱਚ ਕਰੋਗੇ। ਧੰਨਵਾਦ।